ਇਹ ਸੱਚੀ ਕਹਾਣੀ ਪ੍ਰਭੂ ਯਿਸੂ ਦੀ ਹੈ ਜੋ 2000 ਸਾਲ ਪਹਿਲਾਂ ਰਹਿੰਦੇ ਸਨ। ਸਾਨੂੰ ਪਤਾ ਨਹੀਂ ਕਿ ਬੱਚਿਆਂ ਨੂੰ ਯਿਸੂ ਦੇ ਬਾਰੇ ਕਿਵੇਂ ਪਤਾ ਲੱਗਾ, ਪਰ ਸ਼ਾਇਦ ਇਹ ਕੁਝ ਇਸ ਤਰ੍ਹਾਂ ਹੋਇਆ ਹੋਵੇਗਾ। किसी ने तेनू देखा? मैनू नहीं। तेनू शायद नहीं। ठीक है, चलो चलिए चलो। ਤੁਸੀਂ ਕੁਝ ਵੀ ਕਹੋ, ਮੈਂ ਨਹੀਂ ਮੰਨਦਾ। ਮੈਂ ਸੱਚਮੁੱਚ ਮੰਨਦਾ ਹਾਂ ਕਿ ਯਿਸੂ ਨੂੰ ਪਰਮੇਸ਼ਰ ਨੇ ਭੇਜਿਆ ਹੈ, ਕਿਉਂਕਿ ਉਹ ਚਮਤਕਾਰ ਕਰਦਾ ਹੈ। ਇਹ ਜਾਦੂ ਵੀ ਤੇ ਹੋ ਸਕਦਾ ਹੈ। ਪਰ ਇਹ ਗੱਲ ਕਿਵੇਂ ਸਮਝਾਓਗੇ? ਇਹੋ ਤਾਂ ਗੱਲ ਹੈ ਜੋਇਲ, ਮੈਨੂੰ ਇਹ ਸਮਝਣ ਦੀ ਲੋੜ ਹੀ ਨਹੀਂ। ਇਸ ਤਰ੍ਹਾਂ ਦੇ ਚਮਤਕਾਰ ਕੇਵਲ ਪਰਮੇਸ਼ਰ ਹੀ ਕਰ ਸਕਦਾ ਹੈ। ਤੇਰਾ ਮਤਲਬ ਹੈ ਜਿਵੇਂ ਅੰਨ੍ਹਿਆਂ ਨੂੰ ਅੱਖਾਂ ਦੇਣਾ? ਹਾਂ। ਮੈਨੂੰ ਇਸ ਤੇ ਜਰਾ ਵੀ ਵਿਸ਼ਵਾਸ ਨਹੀਂ। ਪਰ ਮੈਨੂੰ ਹੈ। ਸਾਰਾ, ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਆਪਣੇ ਖੋਤੇ ਨੂੰ ਪੱਠੇ ਪਾਣਾ ਭੁੱਲ ਗਈ ਸੀ, ਪਰ ਜਦੋਂ ਤੁਹਾਨੂੰ ਯੀਸ਼ੂ ਦੇ ਬਾਰੇ ਗੱਲ ਕਰਦੇ ਸੁਣਿਆ ਤਾਂ ਜਾਣਨਾ ਚਾਹੁੰਦੀ ਸੀ ਕਿ ਤੁਸੀਂ ਕੀ ਕਹਿ ਰਹੇ ਹੋ। ਤੈਨੂੰ ਕੀ ਪਤਾ ਹੈ ਯੀਸ਼ੂ ਦੇ ਬਾਰੇ ਵਿੱਚ? ਬਹੁਤ ਕੁਝ। ਮੇਰੀ ਦਾਦੀ ਉਹਨਾਂ ਦੀ ਮਾਂ ਮਰੀਮ ਨੂੰ ਜਾਣਦੀ ਹੈ ਅਤੇ ਉਸਨੇ ਮੈਨੂੰ ਉਹਨਾਂ ਦੇ ਬਾਰੇ ਬਹੁਤ ਕੁਝ ਦੱਸਿਆ ਹੈ, ਉਹਨਾਂ ਦਾ ਜਨਮ ਕਿਵੇਂ ਹੋਇਆ ਅਤੇ ਹੋਰ ਬਹੁਤ ਕੁਝ। ਇਹ ਮਹਾਨ ਕਹਾਣੀ ਹੈ, ਸੱਚ। ਮਰੀਮ ਨਾਂ ਦੀ ਕੁੜੀ ਸੀ ਜੋ ਨਾਸਰਤ ਵਿੱਚ ਰਹਿੰਦੀ ਸੀ। ਉਸਦਾ ਵਿਆਹ ਨਹੀਂ ਹੋਇਆ ਸੀ, ਪਰ ਯੂਸਫ ਨਾਂ ਦੇ ਇੱਕ ਮੁੰਡੇ ਨਾਲ ਹੋਣ ਵਾਲਾ ਸੀ। ਇੱਕ ਦਿਨ ਪਰਮੇਸ਼ਰ ਨੇ ਜਬਰਾਇਲ ਸਵਰਗਦੂਤ ਨੂੰ ਭੇਜਿਆ। ਐ ਮਰੀਮ, ਤੂੰ ਡਰ ਨਾ, ਕਿਉਂਕਿ ਤੇਰੇ ਤੇ ਰੱਬ ਦੀ ਮਿਹਰ ਹੋਈ ਏ। ਤੂੰ ਗਰਭਵਤੀ ਹੋਵੇਂਗੀ ਤੇ ਇੱਕ ਪੁੱਤ ਜਣੇਗੀ ਤੇ ਉਸ ਦਾ ਨਾਂ ਯਿਸੂ ਰੱਖੀ। ਇਹ ਕਿਵੇਂ ਹੋ ਸਕਦਾ ਹੈ? ਮੈਂ ਕੁਆਰੀ ਹਾਂ। ਪਾਕ ਰੂਹ ਤੇਰੇ ਉੱਤੇ ਉਤਰੇਗਾ, ਇਸ ਲਈ ਉਹ ਪਾਕ ਬੱਚਾ ਪਰਮ ਪ੍ਰਧਾਨ ਰੱਬ ਦਾ ਪੁੱਤ ਅਖਵਾਏਗਾ। ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਕਿ ਸਵਰਗਦੂਤ ਨੇ ਮਰੀਮ ਨੂੰ ਡਰਾ ਦਿੱਤਾ? ਜੇ ਸਵਰਗਦੂਤ ਮੇਰੇ ਨਾਲ ਗੱਲ ਕਰਦਾ ਤਾਂ ਮੈਂ ਜ਼ਰੂਰ ਡਰ ਜਾਂਦਾ। ਫਿਰ ਕੀ ਹੋਇਆ? ਨਾਸਰਤ ਦੇ ਸਾਰੇ ਲੋਕੋ ਸੁਣੋ। ਸਰਕਾਰ ਨੇ ਕਾਨੂੰਨ ਬਣਾਇਆ ਕਿ ਸਾਰੇ ਲੋਕਾਂ ਨੂੰ ਉੱਥੇ ਜਾ ਕੇ ਆਪਣਾ ਨਾਂ ਲਿਖਵਾਉਣਾ ਹੋਵੇਗਾ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਅਤੇ ਕਾਗਜ਼ਾਂ ਤੇ ਦਸਤਖਤ ਕਰਨੇ ਹੋਣਗੇ। ਸਾਰੇ ਲੋਕ ਛੇਤੀ ਤੋਂ ਛੇਤੀ ਆਪਣੇ ਪਿਓ ਦਾਦਿਆਂ ਦੇ। ਇਸ ਲਈ ਯੂਸਫ ਮਰੀਮ ਨੂੰ ਲੈ ਕੇ ਬੈਤਲਹਿਮ ਸ਼ਹਿਰ ਗਏ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਜਦ ਉਹ ਬੈਤਲਹਮ ਪਹੁੰਚੇ ਤਾਂ ਉੱਥੇ ਬਹੁਤ ਭੀੜ ਸੀ ਅਤੇ ਠਹਿਰਨ ਦੀ ਕਿਤੇ ਵੀ ਥਾਂ ਨਹੀਂ ਸੀ। ਯੂਸਫ ਨੂੰ ਠਹਿਰਨ ਲਈ ਕੇਵਲ ਗਊਸ਼ਾਲਾ ਵਿੱਚ ਹੀ ਥਾਂ ਮਿਲੀ। ਮਤਲਬ ਇਹੋ ਜਿਹੀ? ਕੁਝ ਐਵੇਂ ਹੀ। ਅਤੇ ਉਸੇ ਰਾਤ ਬਾਲਕ ਯੀਸ਼ੂ ਦਾ ਜਨਮ ਹੋਇਆ। ਗਊਸ਼ਾਲਾ ਨੇੜੇ ਪਹਾੜੀ ਤੇ ਕੁਝ ਚਰਵਾਹੇ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ। ਉਸੇ ਵੇਲੇ ਉਹਨਾਂ ਨੂੰ ਇੱਕ ਸਵਰਗਦੂਤ ਵਿਖਾਈ ਦਿੱਤਾ। ਅੱਜ ਦੇ ਦਿਨ ਦਾਊਦ ਦੇ ਨਗਰ ਵਿੱਚ ਤੁਹਾਡਾ ਮੁਕਤੀ ਦਾਤਾ ਪੈਦਾ ਹੋਇਆ ਏ, ਉਹੋ ਹੀ ਪ੍ਰਭੂ ਮਸੀਹ ਏ। ਚਰਵਾਹੇ ਉਸੇ ਵੇਲੇ ਬਾਲਕ ਨੂੰ ਵੇਖਣ ਚੱਲ ਪਏ। ਉਹਨਾਂ ਨੂੰ ਚਰਨੀ ਵਿੱਚ ਰੱਖਿਆ ਸੀ। ਵਿਸ਼ਵਾਸ ਨਹੀਂ ਹੁੰਦਾ ਨਾ? ਇਸੇ ਤਰ੍ਹਾਂ ਦੀ ਚਰਨੀ ਵਿੱਚ ਜਿਸ ਵਿੱਚ ਮੈਂ ਆਪਣੇ ਖੋਤੇ ਨੂੰ ਪੱਠੇ ਪਾਉਂਦੀ ਹਾਂ। ਜਨਮ ਦੇ ਮਗਰੋਂ ਮਰੀਮ ਅਤੇ ਯੂਸਫ ਯੀਸ਼ੂ ਨੂੰ ਯਰੂਸ਼ਲਮ ਦੇ ਮੰਦਿਰ ਵਿੱਚ ਲਿਆਏ। ਉਹ ਉੱਥੇ ਇੱਕ ਇਹੋ ਜਿਹੇ ਇਨਸਾਨ ਨੂੰ ਮਿਲੇ ਜਿਹੜਾ ਸੱਚਮੁੱਚ ਪਰਮੇਸ਼ਰ ਨੂੰ ਪਿਆਰ ਕਰਦਾ ਸੀ। ਉਸਦਾ ਨਾਂ ਸੀ ਸ਼ਮਾਉਨ। ਪ੍ਰਭੂ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਅਨੁਸਾਰ ਸ਼ਾਂਤੀ ਨਾਲ ਚੁੱਕ ਲੈ। ਪਰਮੇਸ਼ਰ ਨੇ ਸ਼ਮਾਉਨ ਨੂੰ ਵਚਨ ਦਿੱਤਾ ਸੀ ਕਿ ਉਹ ਯੀਸ਼ੂ ਨੂੰ ਵੇਖੇ ਬਿਨਾਂ ਮਰੇਗਾ ਨਹੀਂ। ਕਿਉਂਕਿ ਮੇਰੀ ਅੱਖੀਆਂ ਨੇ ਤੇਰੀ ਮੁਕਤੀ ਨੂੰ ਵੇਖ ਲਿਆ ਹੈ। ਇਹ ਬੱਚਾ ਪਰਮੇਸ਼ਰ ਦਾ ਚੁਣਿਆ ਹੋਇਆ ਹੈ। ਰੱਬ ਦੋਹਾਂ ਨੂੰ ਆਸ਼ੀਸ਼ ਦੇਵੇ। ਉਹ ਬਾਲਕ ਪਰਮੇਸ਼ਰ ਦਾ ਚੁਣਿਆ ਹੋਇਆ ਸੀ ਜਿਹੜਾ ਵੱਡਾ ਹੋ ਕੇ ਸਾਰੀ ਦੁਨੀਆ ਦੇ तमाम ਲੋਕਾਂ ਨੂੰ ਮਾਫੀ ਦੇਵੇਗਾ ਉਹਨਾਂ ਸਭ ਬੁਰੀਆਂ ਗੱਲਾਂ ਤੋਂ ਜੋ ਉਹ ਸੋਚਦੇ, ਕਹਿੰਦੇ ਜਾਂ ਕਰਦੇ ਹਨ, ਜੋ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਪਾਪ ਹਨ। ਯਿਸੂ ਛੋਟੇ ਬੱਚੇ ਸਨ ਅਤੇ ਉਹਨੂੰ ਜਵਾਨ ਆਦਮੀ ਹਨ। ਕੀ ਉਹ ਸਾਡੇ ਵਾਂਗ ਕਦੀ ਵੱਡੇ ਬੱਚੇ ਨਹੀਂ ਸਨ? ਜ਼ਰੂਰ ਸਨ। ਮੇਰੀ ਦਾਦੀ ਨੇ ਮੈਨੂੰ ਦੱਸਿਆ ਕਿ ਜਦ ਯੀਸ਼ੂ 12 ਵਰ੍ਹਿਆਂ ਦੇ ਸਨ ਤਾਂ ਮਰੀਮ ਅਤੇ ਯੂਸਫ ਉਹਨਾਂ ਨੂੰ ਇੱਥੇ ਯਰੂਸ਼ਲਮ ਵਿੱਚ ਲਿਆਏ। ਯੀਸ਼ੂ ਮੰਦਿਰ ਵਿੱਚ ਗਏ ਅਤੇ ਵੱਡੇ ਵੱਡੇ ਧਰਮ ਗੁਰੂਆਂ ਨਾਲ ਗੱਲਬਾਤ ਕਰਨ ਲੱਗੇ। ਇਹ ਲੜਕਾ ਕਿਸ ਦਾ ਹੈ ਜਿਹੜਾ ਇਸ ਤਰ੍ਹਾਂ ਦੇ ਸਵਾਲ ਕਰਦਾ ਹੈ? ਅਸੀਂ ਨਾਸਰਤ ਦੇ ਹਾਂ। ਤੁਸੀਂ ਸੋਚਿਆ ਕਿ ਸਾਡੇ ਨਾਲ ਹੈ। ਜਿਸ ਨੇ ਗਲਤੀ ਕੀਤੀ ਇਸ ਨੂੰ ਮਾਫ ਕਰੋ।
ਇਸ ਦੇ ਮਗਰੋਂ ਯੀਸ਼ੂ ਆਪਣੇ ਮਾਤਾ ਪਿਤਾ ਨਾਲ ਘਰ ਵਾਪਸ ਆ ਗਏ। ਜਿਵੇਂ ਜਿਵੇਂ ਉਹ ਵੱਡੇ ਹੁੰਦੇ ਗਏ, ਹਰ ਦਿਨ ਹੋਰ ਸਮਝਦਾਰ ਹੁੰਦੇ ਗਏ। ਉਹਦੇ ਲਈ ਰਾਵਾਂ ਸਿੱਧੀਆਂ ਕਰੋ, ਹਰ ਇੱਕ ਖਾਈ ਭਰ ਦਿੱਤੀ ਜਾਏ, ਹਰ ਇੱਕ ਪਹਾੜ ਤੇ। ਇੱਕ ਦਿਨ ਯੀਸ਼ੂ ਆਪਣੀ ਮਾਸੀ ਦੇ ਪੁੱਤਰ ਯੋਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਿਲਣ ਗਏ। ਯੋਹੰਨਾ ਉਹਨਾਂ ਨੂੰ ਬਪਤਿਸਮਾ ਦਿੰਦੇ ਸਨ, ਜਿਹੜੇ ਪਰਮੇਸ਼ਰ ਦੀ ਆਗਿਆ ਮੰਨਣਾ ਚਾਹੁੰਦੇ ਸਨ। ਉਸ ਦਿਨ ਉਹਨਾਂ ਨੇ ਯੀਸ਼ੂ ਨੂੰ ਵੀ ਬਪਤਿਸਮਾ ਦਿੱਤਾ। ਅਤੇ ਜਿਹੜੇ ਲੋਕ ਉੱਥੇ ਸਨ, ਉਹਨਾਂ ਨੇ ਕਾਸ਼ ਤੋਂ ਪਰਮੇਸ਼ਰ ਦੀ ਆਵਾਜ਼ ਸੁਣੀ ਅਤੇ ਪਰਮੇਸ਼ਰ ਨੇ ਕਿਹਾ, ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਰੇ ਤੋਂ ਮੈਂ ਪ੍ਰਸੰਨ ਹਾਂ। ਅੱਛਾ, ਫਿਰ ਉਹਨਾਂ ਕੀ ਕੀਤਾ? ਉਹਨਾਂ ਨਗਰ ਨਗਰ ਘੁੰਮ ਕੇ ਲੋਕਾਂ ਨੂੰ ਪਰਮੇਸ਼ਰ ਦੇ ਬਾਰੇ ਵਿੱਚ ਸਿਖਾਉਣਾ ਸ਼ੁਰੂ ਕੀਤਾ। ਕੀ ਹਾਲ ਹੈ? ठीक है। ਯੀਸ਼ੂ ਵਾਪਸ ਨਾਸਰਤ ਗਏ, ਜਿੱਥੇ ਉਹ ਪਲੇ ਵੱਡੇ ਹੋਏ ਸਨ। ਇੱਕ ਦਿਨ ਉਹ ਮੰਦਿਰ ਵਿੱਚ ਗਏ ਅਤੇ ਉੱਥੇ ਧਰਮ ਗੁਰੂਆਂ ਨੇ ਉਹਨਾਂ ਨੂੰ ਪਰਮੇਸ਼ਰ ਦੀ ਪੁਸਤਕ ਧਰਮ ਸ਼ਾਸਤਰ ਪੜ੍ਹਨ ਨੂੰ ਕਿਹਾ। ਪਵਿੱਤਰ ਸ਼ਾਸਤਰ ਦਾ ਜਿਹੜਾ ਭਾਗ ਯੀਸ਼ੂ ਨੇ ਪੜ੍ਹਿਆ, ਉਸ ਵਿੱਚ ਲਿਖਿਆ ਸੀ ਕਿ ਪਰਮੇਸ਼ਰ ਯੀਸ਼ੂ ਨੂੰ ਭੇਜਣਗੇ ਤਾਂ ਕਿ ਸਾਰੇ ਲੋਕ ਹਮੇਸ਼ਾ ਪਰਮੇਸ਼ਰ ਦੇ ਨਾਲ ਰਹਿ ਸਕਣ। ਪ੍ਰਭੂ ਦੀ ਰੂਹ ਮੇਰੇ ਉੱਤੇ ਵੇ, ਕਿਉਂ ਜੋ ਉਸਨੇ ਮੈਨੂੰ 3 ਲੋਕਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਘੱਲਿਆ ਹੈ। ਉਸਨੇ ਮੈਨੂੰ ਬੱਚਿਆਂ ਨੂੰ ਛੁਡਾਉਣ ਲਈ ਅਤੇ ਅੰਨ੍ਹਿਆਂ ਨੂੰ ਲੋਹ ਦੇਣ ਲਈ ਭੇਜਿਆ ਹੈ, ਦੱਬਿਆਂ ਨੂੰ ਆਜ਼ਾਦ ਕਰਨ ਲਈ ਅਤੇ ਐਲਾਨ ਕਰਨ ਲਈ ਕਿ ਉਹ ਵੇਲਾ ਆ ਗਿਆ ਜਦ ਰੱਬ ਆਪਣੇ ਲੋਕਾਂ ਨੂੰ ਬਚਾਵੇਗਾ। ਇਹ ਚੰਗਾ ਬੋਲਦਾ ਹੈ। ਧਰਮ ਸ਼ਾਸਤਰ ਦਾ ਇਹ ਲੇਖ ਅੱਜ ਪੂਰਾ ਹੋਇਆ ਜਦੋਂ ਤੁਸੀਂ ਇਹ ਪੜ੍ਹਦਿਆਂ ਸੁਣਿਆ। ਧਰਮ ਸ਼ਾਸਤਰ ਦਾ ਲੇਖ ਪੂਰਾ ਹੋਇਆ। ਉਹ ਵਾਅਦਾ ਤਾਂ ਮਸੀਹ ਹੀ ਪੂਰਾ ਕਰ ਸਕਦਾ ਹੈ। ਮੈਂ ਦੱਸਦਾ ਹਾਂ ਤੁਹਾਨੂੰ, ਕੋਈ ਵੀ ਨਬੀ ਪਰ ਕਹਾਣੀ ਅੱਗੇ ਹੋਰ ਵੀ ਹੈ। ਯੀਸ਼ੂ ਗਲੀਲ ਸਾਗਰ ਤੱਕ ਗਏ। ਆਪਣੀ ਕਿਸ਼ਤੀ ਨੂੰ ਡੂੰਘੇ ਪਾਣੀ 'ਚ ਲੈ ਚੱਲ, ਫਿਰ ਤੂੰ ਤੇ ਤੇਰੇ ਸਾਥੀ ਮੱਛੀਆਂ ਫੜਨ ਲਈ ਜਾਲ ਪਾਈਓ। ਗੁਰੂ ਜੀ, ਸਾਰੀ ਰਾਤ ਬਹੁਤ ਮਿਹਨਤ ਕੀਤੀ ਹੈ, ਪਰ ਕੁਝ ਵੀ ਨਹੀਂ ਆਇਆ। ਜੇ ਤੁਸੀਂ ਕਹਿੰਦੇ ਹੋ, ਮੈਂ ਫੇਰ ਜਾਲ ਸੁੱਟਦਾ। ਯਾਕੂਬ, ਯਹੋਨਾ, ਯਾਕੂਬ, ਯਹੂਨਾ, ਆਪਣੀ ਕਿਸ਼ਤੀ ਤੇ ਲਿਆਓ, ਸਾਡੀ ਮਦਦ ਕਰੋ ਛੇਤੀ। ਅਸੀਂ ਨਹੀਂ ਆ ਸਕਦੇ, ਸਾਡੇ ਹੱਥ ਵੇਲੇ ਨਹੀਂ। ਲੱਗਦਾ ਹੈ ਉਸ ਸਮੇਂ ਪਤਰਸ ਸਮਝ ਗਿਆ ਕਿ ਯੀਸ਼ੂ ਪਰਮੇਸ਼ਰ ਦੇ ਪੁੱਤਰ ਹਨ। ਪਰ ਪਤਰਸ ਡਰ ਗਿਆ। ਉਸਨੇ ਆਪਣੇ ਜੀਵਨ ਵਿੱਚ ਬਹੁਤ ਗਲਤ ਗੱਲਾਂ ਕੀਤੀਆਂ ਸਨ। ਮੇਰੇ ਤੋਂ ਦੂਰ ਰਹੋ ਪ੍ਰਭੂ, ਮੈਂ ਤਾਂ ਪਾਪੀ ਮਨੁੱਖ ਹਾਂ। ਤੁਸੀਂ ਡਰੋ ਨਾ। ਮੈਨੂੰ ਹੁਣ ਚੱਲਣਾ ਚਾਹੀਦਾ। ਹਾਂ, ਮੈਨੂੰ ਵੀ ਜਾਣਾ ਚਾਹੀਦਾ। ਮੈਂ ਚੱਲਿਆ। ਚੰਗਾ, ਫਿਰ ਮਿਲਦੇ ਹਾਂ। ਫਿਰ ਮਿਲਦੇ ਹਾਂ। ਤੇ ਤੂੰ ਕਿੱਥੇ ਸੀ ਬੈਂਜਮਿਨ? ਫਿਰ ਆਪਣੇ ਦੋਸਤਾਂ ਨਾਲ ਬਾਹਰ ਸੀ हाँ ਕਿ पिताजी। ਕਾਲਬ ਉੱਥੇ ਸੀ? हाँ ਮੈਂ पिताजी। ਕਿੰਨੀ ਵਾਰੀ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਉਸ ਮੁੰਡੇ ਨਾਲ ਰਹੇ। पर पिताजी ਤੈਨੂੰ ਪਤਾ ਉਸ ਦਾ ਬਾਪ ਯਿਸੂ ਦੀਆਂ ਝੂਠੀਆਂ ਕਹਾਣੀਆਂ ਨੂੰ ਮੰਨਦਾ। क्यों कि वो गलत ने? ਅਸੀਂ ਮੰਨਦੇ ਹਾਂ ਕਿ ਪਰਮੇਸ਼ਰ ਸਾਡੇ ਲਈ ਇੱਕ ਮਹਾਨ ਰਾਜਾ ਭੇਜਣਗੇ। ਤੇਰੇ ਮਿੱਤਰ ਦੇ ਪਿਤਾ ਮੰਨਦੇ ਹਨ ਕਿ ਉਹ ਜਿਹੜਾ ਚਰਨੀ ਵਿੱਚ ਜੰਮਿਆ ਸੀ ਉਹੀ ਉਹ ਰਾਜਾ ਹੈ। ਸਭ ਬਕਵਾਸ ਹੈ। जे कालब दे पिता सही होन तां ਨਹੀਂ ਬੈਂਜਮਿਨ, ਅਸੀਂ ਇਸ ਤੇ ਹੋਰ ਬਹਿਸ ਨਹੀਂ ਕਰਾਂਗੇ।
ठीक है। ਜਦੋਂ ਨੇੜੇ ਹੈ ਤਾਂ ਉਹਨੂੰ ਪੁਕਾਰੋ। ਜ਼ਾਲਿਮ ਮਨੁੱਖ ਆਪਣਾ ਰਸਤਾ ਛੱਡੇ ਤੇ ਪਾਪੀ ਆਪਣੇ ਵਿਚਾਰ ਛੱਡ ਰੱਬ ਦੇ ਕੋਲ ਆਉਣ ਤਾਂ ਉਹ ਉਹਨਾਂ ਤੇ ਰਹਿਮ ਕਰੇਗਾ, ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਮਾਫ ਕਰੇਗਾ। ਤੁਸੀਂ ਪੂਰੀ ਖੁਸ਼ੀ ਨਾਲ ਨਿਕਲੋਗੇ ਅਤੇ ਸ਼ਾਂਤੀ ਨਾਲ ਸੁਣੋ, ਪਹੁੰਚੋਗੇ। ਅੱਜ ਕੀ ਹੋਇਆ ਤੁਹਾਨੂੰ ਪਤਾ? ਮੈਂ ਉੱਥੇ ਸਾਨੂੰ ਵੀ ਦੱਸ। ਯੀਸ਼ੂ ਮੰਦਿਰ ਵਿੱਚ ਲੋਕਾਂ ਨੂੰ ਪਰਮੇਸ਼ਰ ਦੇ ਪ੍ਰੇਮ ਬਾਰੇ ਦੱਸ ਰਹੇ ਸਨ। ਅੰਦਰ ਬਹੁਤ ਭੀੜ ਸੀ ਅਤੇ ਉਸ ਤੋਂ ਵੀ ਜ਼ਿਆਦਾ ਲੋਕ ਬਾਹਰ ਖੜੇ ਸਨ। ਸਭ ਉਹਨਾਂ ਨੂੰ ਵੇਖਣਾ ਚਾਹੁੰਦੇ ਸਨ। ਯਿਸੂ, ਯਿਸੂ, ਮੇਰੀ ਇਕਲੌਤੀ ਬੇਟੀ ਨੂੰ ਬਚਾ ਲਵੋ। ਮਿਹਰਬਾਨੀ ਕਰਕੇ ਦਇਆ ਕਰੋ। ਉਹ ਸਿਰਫ 12 ਵਰ੍ਹਿਆਂ ਦੀ ਹੈ ਤੇ ਮਰਨ ਵਾਲੀ ਹੈ। ਕਿਰਪਾ ਕਰਕੇ ਮੇਰੇ ਨਾਲ ਚੱਲੋ। ਜੈਰੂਸ ਮੈਨੂੰ ਦੁੱਖ ਹੈ। ਯਿਸੂ, ਤੇਰੀ ਬੇਟੀ ਮਰ ਗਈ ਹੈ। ਗੁਰੂ ਨੂੰ ਹੁਣ ਖੇਚਲ ਨਾ ਦਿਓ। ਡਰੋ ਨਹੀਂ, ਬਸ ਯਕੀਨ ਕਰੋ ਤਾਂ ਉਹ ਚੰਗੀ ਹੋ ਜਾਏਗੀ। ਧੀਏ, ਉੱਠ ਜਾ। ਇਹਨੂੰ ਕੁਝ ਖਾਣ ਨੂੰ ਦਿਓ। ਕੀ ਸੱਚਮੁੱਚ ਇਵੇਂ ਹੋਇਆ? ਬਿਲਕੁਲ ਐਵੇਂ ਹੀ ਹੋਇਆ। ਤੁਹਾਨੂੰ ਲੱਗੇਗਾ ਨਹੀਂ ਕਿ ਉਹ ਕਦੀ ਬਿਮਾਰ ਵੀ ਹੋਵੇਗੀ। ਮੇਰੇ ਪਿਤਾ ਜੀ ਕਹਿੰਦੇ ਹਨ ਕਿ ਯਿਸੂ ਦੇ ਸਾਰੇ ਦੋਸਤ ਬੁਰੇ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ ਸਾਰੇ ਪਾਪੀ ਨੇ। ਖੈਰ, ਇਹ ਸਹੀ ਹੈ ਕਿ ਯਿਸੂ ਹੀ ਸਾਰਿਆਂ ਨਾਲ ਪਿਆਰ ਕਰਦੇ ਨੇ, ਭਾਵੇਂ ਜਿਹੜਾ ਕੋਈ ਮਰਜ਼ੀ ਹੋਵੇ। ਮੇਰੇ ਪਿਤਾ ਜੀ ਨੇ ਦੱਸਿਆ ਕਿ ਮੱਤੀ ਨਾਮ ਦਾ ਇੱਕ ਆਦਮੀ ਹੈ ਜਿਹੜਾ ਸ਼ਹਿਰ ਦੇ ਅੰਦਰ ਆਉਣ ਵਾਲੇ ਲੋਕਾਂ ਕੋਲ ਚੁੰਗੀ ਵਸੂਲ ਕਰਦਾ ਸੀ। ਮੇਰੇ ਪਿੱਛੇ ਆਓ। ਮੱਤੀ ਉਹਨਾਂ 12 ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਯਿਸੂ ਨੇ ਆਪਣੇ ਚੇਲੇ ਚੁਣਿਆ ਹੈ। ਉਹ ਉਹਨਾਂ ਦੇ ਸੱਚੇ ਮਿੱਤਰ ਹਨ। ਉਹ ਹਰ ਥਾਂ ਉਹਨਾਂ ਦੇ ਨਾਲ ਜਾਂਦੇ ਹਨ ਅਤੇ ਲੋਕਾਂ ਨੂੰ ਪਰਮੇਸ਼ਰ ਦੇ ਬਾਰੇ ਦੱਸਦੇ ਹਨ। ਉਹਨਾਂ ਵਿੱਚ ਸ਼ਿਮੋਨ ਪਤਰਸ ਹੈ, ਪਤਰਸ ਦਾ ਭਰਾ ਇੰਦਰੀਆਸ, ਯਾਕੂਬ, ਯੋਹੰਨਾ, ਫਿਲਿਪੁਸ, ਬਰਤੁਲਮਈ ਅਤੇ ਮੱਤੀ ਵੀ, ਥੋਮਾ, ਇੱਕ ਹੋਰ ਯਾਕੂਬ ਅਤੇ ਇੱਕ ਹੋਰ ਸ਼ਿਮੋਨ, ਯੋਹੰਨਾ ਦਾ ਭਰਾ ਯਹੂਦਾ ਅਤੇ ਯਹੂਦਾ ਇਸਕਰਿਯੂਤੀ। ਇਹ ਸਭ ਤੈਨੂੰ ਕਿਵੇਂ ਯਾਦ ਏ? ਇਹ ਬਹੁਤ ਹੁਸ਼ਿਆਰ ਹੈ। ਤੈਨੂੰ ਇਹੋ ਲੱਗੇਗਾ ਕਿਉਂਕਿ ਤੂੰ ਖੁਦ ਜੋ ਬੁੱਧੂ ਹੈ। ਮੈਂ ਤੇ ਨਹੀਂ। ਆਪਣੇ ਖੋਤੇ ਵਾਂਗ ਬਿਲਕੁਲ ਬੁੱਧੂ। ਬਈ ਮੇਰੀ ਸਹੇਲੀ ਆਏ ਸ਼ੈਤਾਨ ਨਾਲ ਸ਼ੈਤਾਨ ਕਿਹਨੂੰ ਕਿਹਾ ਤੂੰ? ਕਿਹਨੂੰ? ਛੱਡ ਇਹਨੂੰ। ਅੱਛਾ ਜੀ, ਕੌਣ ਰੋਕੇਗਾ ਮੈਨੂੰ? ਤੂੰ? ਛੱਡੀ ਨਾ। ਲੜੋ ਲੜੋ, ਮਾਰੋ ਮਾਰੋ, ਲੜੋ ਲੜੋ, ਉਹ ਚੁੱਪੇ ਮਾਰ। ਬਸ ਯਾਰ। ਓਹ, ਪੀੜ ਹੁੰਦੀ ਹੈ। ਜੇ ਇਹਨੂੰ ਸਾਫ਼ ਨਹੀਂ ਕਰਾਂਗੇ ਤਾਂ ਹੋਰ ਪੀੜ ਹੋਏਗੀ। ਕੀ ਹੋਇਆ ਇਹਨੂੰ? ਇਹਨੇ ਲੜਾਈ ਕੀਤੀ ਮੈਂ ਆ। ਤੈਨੂੰ ਨਹੀਂ ਪੁੱਛਿਆ ਲੀਆ। ਮਾਫ ਕਰੋ। ਮੇਰੀ ਕਲਬ ਨਾਲ ਲੜਾਈ ਹੋ ਗਈ ਸੀ। ਉਹ ਯਿਸੂ ਦੀ ਗੱਲ ਕਰ ਰਹੇ ਸਨ। ਇਹ ਤੇਰੇ ਮਿੱਤਰ ਸਾਰਾ ਦੇ ਗੋਸ਼ਾਲੇ 'ਚ ਮਿਲਦੇ ਨੇ। ਮੈਂ ਤੈਨੂੰ ਕਿਹਾ ਸੀ ਨਾ ਕਿ ਯਿਸੂ ਦੀ ਗੱਲ ਕਰਨ ਦਾ ਕੋਈ ਲਾਭ ਨਹੀਂ। ਉਹ ਸਾਡਾ ਰਾਜਾ ਨਹੀਂ ਤੇ ਨਾ ਹੀ ਕਦੇ ਹੋਵੇਗਾ। ਪਰ ਪਿਤਾ ਜੀ, ਮੈਨੂੰ ਲੱਗਦਾ ਹੈ ਉਹ ਪਰਮੇਸ਼ਵਰ ਦੇ ਪੁੱਤਰ ਨੇ। ਬਹੁਤ ਹੋ ਗਿਆ। ਕਿ ਤੁਸੀਂ ਬੱਚਿਆਂ ਤੇ ਜ਼ਿਆਦਾ ਸਖਤੀ ਨਹੀਂ ਕਰ ਰਹੇ? ਮੈਨੂੰ ਤੇ ਨਹੀਂ ਲੱਗਦਾ, ਪਰ ਹੁਣ ਛੇਤੀ ਹੀ ਗੱਲ ਸਾਫ਼ ਹੋ ਜਾਵੇਗੀ। ਮੈਂ ਸੁਣਿਆ ਕਿ ਯਿਸੂ ਦੇ 12 ਚੇਲਿਆਂ ਵਿੱਚੋਂ ਹੀ ਇੱਕ ਵਿਸ਼ਵਾਸਘਾਤੀ ਹੈ। ਅਗਰ ਇਹ ਸਹੀ ਹੈ ਤਾਂ ਉਹ ਸਾਨੂੰ ਜ਼ਿਆਦਾ ਤੰਗ ਨਹੀਂ ਕਰੇਗਾ। ਦੁਸ਼ਮਣ ਨਾਲ ਪਿਆਰ ਕਰੋ,
बुरा करन वालियां नाल भला करो, शाप देन वाले नूं आशीष दिओ, बेयकीने लई दुआ करो। जे कोई तुहाडी एक गल ते चपेड़ मारे तां तुसीं दूजी भी अगे कर दिओ। ते जे कोई तेरा चोगा मंगे तां तू ओनू अपना कुर्ता भी दे दे। हर कोई जो तेथों मंगे ओनू दे दे। जे कोई तेथों कुछ खो लवे तां उस तो वापस ना मंग। दूजियां ਲਈ ਉਹੀ कर जो तू चाहना है वो तेरे लिए करन। मैं इस मनुख ਨੂੰ ਜਾਣਨਾ ਚਾਹੁੰਦਾ। ਕੀ ਤੁਸੀਂ ਸੋਚਦੇ ਹੋ ਕਿ ਉਹ ਮਸੀਹ ਹੈ? ਦੱਸ ਤਾਂ ਸਹੀ ਕਿ ਇਹ ਮਸੀਹ ਕੀ ਹੁੰਦਾ ਹੈ। ਮਸੀਹ ਦੇ ਬਾਰੇ ਮੰਦਰ ਵਿੱਚ ਦੱਸਿਆ ਸੀ। ਮਸੀਹ ਦਾ ਮਤਲਬ ਹੈ ਮੁਕਤੀਦਾਤਾ। ਚਲੋ ਉਹਦੇ ਪਿੱਛੇ ਚੱਲੀਏ। ਦੇਖਿਆ ਯਿਸੂ ਦਾ ਚਮਤਕਾਰ ਯਕੀਨ ਨਹੀਂ ਹੁੰਦਾ। ਉਹਨਾਂ ਨੇ ਚੋਗੀ ਵਾਲੇ ਤੇ ਪਾਪੀਆਂ ਨੂੰ ਮਿੱਤਰ ਬਣਾ ਲਿਆ ਹੈ। ਯਕੀਨ ਨਹੀਂ ਹੁੰਦਾ। ਉਹ ਇੱਥੇ ਕੀ ਕਰਨ ਆਈ ਹੈ? ਮੈਨੂੰ ਨਹੀਂ ਪਤਾ। ਕੀ ਕਰ ਰਹੀ ਹੈ? ਤੇ ਜਾਣਦਾ ਕਿ ਔਰਤ ਜਿਹੜੀ ਇਸ ਨੂੰ ਛੂ ਰਹੀ ਹੈ ਉਹ ਕੌਣ ਹੈ? ਤੇ ਜਾਣਦਾ ਕਿ ਉਹ ਕਿੰਨੇ ਪਾਪਾਂ ਭਰੋਚੀ ਜ਼ਿੰਦਗੀ ਜੀ ਰਹੀ ਹੈ। शमाउन, मैं जानना वा जनानी कौन है। मैं तेनू कुछ कहना चाहना वा। एक शाह दे दो देनदार सन। एक 500 दूजा 50 चांदी दे सिक्कियां दा करजाऊ सी ते ਉਹ ਦੋਵੇਂ ਉਹਨੂੰ ਮੋੜ ਨਾ ਸਕੇ ਤਾਂ ਸ਼ਾਹ ਨੇ ਦੋਨਾਂ ਨੂੰ ਮਾਫ ਕੀਤਾ। ਦੱਸ ਕਿਹੜਾ ਉਹਨੂੰ ਬਹੁਤਾ ਪਿਆਰ ਕਰੇਗਾ? ਮੈਂ ਸੋਚਣਾ ਉਹ ਹੀ ਜਿਹਨੂੰ ਬਹੁਤਾ ਮਾਫ ਕੀਤਾ ਗਿਆ। ਤੂੰ ਠੀਕ ਕਹਿਣਾ ਹੈ। ਇਹ ਜਨਾਨੀ ਨੂੰ ਵੇਖਿਆ ਹੀ ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਲਈ ਪਾਣੀ ਵੀ ਨਾ ਦਿੱਤਾ, ਪਰ ਇਹਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਤੇ ਵਾਲਾਂ ਨਾਲ ਪੂੰਝੇ। ਤੂੰ ਚੁੰਮ ਕੇ ਮੇਰਾ ਸਵਾਗਤ ਨਹੀਂ ਕੀਤਾ। ਮੈਂ ਜਦੋਂ ਦਾ ਆਇਆ ਹਾਂ ਇਹਨੇ ਮੇਰੇ ਪੈਰਾਂ ਨੂੰ ਚੁੰਮਣਾ ਨਹੀਂ ਛੱਡਿਆ। ਤੂੰ ਮੇਰੇ ਸਿਰ ਤੇ ਤੇਲ ਨਹੀਂ ਲਾਇਆ, ਪਰ ਇਹਨੇ ਮੇਰੇ ਪੈਰਾਂ ਤੇ ਇਤਰ ਮਲਿਆ। ਮੈਂ ਕਹਿਣਾ ਵਾਂ ਇਹਦਾ ਬਹੁਤਾ ਪਿਆਰ ਦੱਸਦਾ ਹੈ ਕਿ ਇਹਦੇ ਬਹੁਤੇ ਪਾਪ ਬਖਸ਼ੇ ਗਏ, ਪਰ ਜਿਹਦੇ ਘੱਟ ਬਖਸ਼ੇ ਗਏ ਘੱਟ ਪਿਆਰ ਕਰਦਾ ਹੈ। तेरे पाप बख्शे गए। तेरे यकीन ने तेनू बचा लिया। शांति नाल जा। पिता जी मैनू उत्ते चुको। मेरे मोढियां ते आ जा। की तू वेख सकना? मैं इस ਨੂੰ ਵੇਖ ਸਕਣਾ। एक बी बीजन वाला बी बीजन गया ਅਤੇ ਬੀਜਣ ਵੇਲੇ ਕੁਝ ਦਾਣੇ ਰਾਹ ਵਿੱਚ ਡਿੱਗੇ ਤੇ ਰੁਲ ਗਏ। ਉਹਨਾਂ ਨੂੰ ਪੰਛੀਆਂ ਨੇ ਚੁਗ ਲਿਆ। ਕੁਝ ਪਥਰੀਲੀ ਧਰਤੀ ਤੇ ਡਿੱਗੇ ਅਤੇ ਉੱਕੇ ਤੇ ਸਹੀ, ਪਰ ਪਾਣੀ ਨਾ ਮਿਲਣ ਦੀ ਵਜ੍ਹਾ ਨਾਲ ਸੁੱਕ ਗਏ। ਅਤੇ ਕੁਝ ਵੀ ਕੰਡਿਆਂ ਵਿੱਚ ਡਿੱਗੇ ਤੇ ਝਾੜੀਆਂ ਨੇ ਨਾਲ ਵੱਧ ਕੇ ਉਹਨਾਂ ਨੂੰ ਦਬਾ ਲਿਆ। ਅਤੇ ਕੁਝ ਚੰਗੀ ਧਰਤੀ 'ਚ ਡਿੱਗੇ ਤੇ ਬੂਟੇ ਬਣ ਕੇ ਉਹਨਾਂ ਨੇ ਫਲ ਦਿੱਤਾ। हर एक ने 100 गुणा। मिसाल का मतलब है वे बी ते रब दा वचन है। रावां च डिग्या बी वो है जेड़े वचनां नूं सुनदे ने, पर शैतान आके उन्हां दे दिलां चों वचनां नूं चुरा लैंदा है ताकि वो यकीन करके मुक्ति ना पा लैण। पथरीली धरती ते डिगे बी वो ने जेड़े वचनां नूं खुशी नाल सुन के मनदे ने,
ਪਰ ਜਦ ਡੂੰਗੀ ਨਾ ਹੋਣ ਨਾਲ ਥੋੜੇ ਵੇਲੇ ਲਈ ਯਕੀਨ ਕਰ ਲੈਂਦੇ ਤੇ ਅਜਮਾਇਸ਼ ਦਾ ਵੇਲਾ ਆਉਣ ਤੇ ਡਿੱਗ ਪੈਂਦੇ ਨੇ। ਕੰਡਿਆਂ ਵਿੱਚ ਡਿੱਗੇ ਬੀ ਉਹ ਨੇ ਜਿਹੜੇ ਰੱਬ ਦੇ ਵਚਨਾਂ ਨੂੰ ਸੁਣਦੇ ਪਰ ਇਸ ਜ਼ਿੰਦਗੀ ਦੇ ਫਿਕਰ, ਦੌਲਤ ਤੇ ਸੁੱਖ ਉਹਨੂੰ ਘੇਰ ਕੇ ਦਬਾ ਲੈਂਦੇ ਨੇ ਤੇ ਉਹਨਾਂ ਦਾ ਫਲ ਕਦੀ ਨਹੀਂ ਪੱਕਦਾ। ਚੰਗੀ ਧਰਤੀ ਤੇ ਡਿੱਗੇ ਬੀ ਉਹ ਨੇ ਜਿਹੜੇ ਵਚਨਾਂ ਨੂੰ ਸੁਣ ਕੇ ਆਗਿਆਕਾਰੀ ਤੇ ਭਲੇ ਮਨ 'ਚ ਸੰਭਾਲ ਕੇ ਰੱਖਦੇ ਨੇ ਅਤੇ ਫਲ ਪਾਉਣ ਤੱਕ ਉਹ ਸਬਰ ਕਰਦੇ ਨੇ। ਤੁਹਾਡਾ ਯਕੀਨ ਕਿੱਥੇ ਗਿਆ? ਮੈਨੂੰ ਇਹ ਪਸੰਦ ਹੈ। ਕੀ ਕੀਮਤ ਹੈ ਇਸ ਦੀ? ਨਾਤਨ ਨਾਤਨ, ਸੁਣਿਆ ਤੂੰ? ਯਿਸੂ ਆ ਰਹੇ ਨੇ, ਇੱਥੇ ਆ ਰਹੇ ਨੇ। ਹਾਂ, ਸ਼ਹਿਰ ਦੇ ਬਾਹਰ। ਚਲੋ ਨਾ ਅਸੀਂ ਵੀ ਚੱਲਦੇ ਹਾਂ। ਚੰਗਾ ਚਲੋ। ਮੈਨੂੰ ਮਾਫ ਕਰ ਦੇ ਬੈਂਜਮਿਨ, ਮੈਂ ਤੈਨੂੰ ਮਾਰਿਆ ਸੀ। ਗੁਰੂ ਜੀ, ਇਹਨਾਂ ਲੋਕਾਂ ਨੂੰ ਭੇਜ ਦਿਓ ਤਾਂ ਇਹ ਨੇੜੇ ਦੇ ਪਿੰਡ ਅਤੇ ਖੇਤਾਂ ਵਿੱਚ ਜਾ ਕੇ ਆਪਣੇ ਲਈ ਭੋਜਨ ਤੇ ਠਹਿਰਨ ਦਾ ਇੰਤਜ਼ਾਮ ਕਰ ਸਕਣ। ਇਹ ਥਾਂ ਸੁਨਸਾਨ ਹੈ। ਤੁਸੀਂ ਆਪੇ ਇਹਨਾਂ ਨੂੰ ਕੁਝ ਖਾਣ ਵਾਸਤੇ ਦਿਓ। ਪਰ ਸਾਡੇ ਕੋਲ ਤੇ 5 ਰੋਟੀਆਂ ਤੇ 2 ਮੱਛੀਆਂ ਹੀ ਹਨ। ਧੰਨ ਤੂੰ ਉਹ ਪ੍ਰਭੂ ਸਾਡੇ ਰੱਬਾ, ਸ੍ਰਿਸ਼ਟੀ ਦੇ ਪਾਤਸ਼ਾਹ, ਜਿਹੜਾ ਧਰਤੀ ਤੂੰ ਅੰਨ ਉਗਾਉਣਾ ਹੈ। ਹਾਂ, ਇਹ ਤਾਂ ਇੱਕ ਚਮਤਕਾਰ ਹੈ। ਯਕੀਨ ਨਹੀਂ ਆਉਂਦਾ। ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਕਿ ਯਿਸੂ ਪਰਮੇਸ਼ਰ ਦੇ ਪੁੱਤਰ ਨੇ? ਕਿੱਥੇ ਸੀ ਤੂੰ? ਮੈਨੂੰ ਤੁਹਾਨੂੰ ਸ਼ਾਇਦ ਦੱਸਣਾ ਹੀ ਪਵੇਗਾ। ਅਸੀਂ ਸਾਰੇ ਯਿਸੂ ਨੂੰ ਮਿਲਣ ਗਏ ਸੀ। ਕਿਉਂ? ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਜਦ ਕਿ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹਨਾਂ ਨੇ 2 ਮੱਛੀਆਂ ਤੇ 5 ਰੋਟੀਆਂ ਨਾਲ ਪੂਰੀ ਭੀੜ ਨੂੰ ਖਾਣਾ ਖਵਾਇਆ। ਕੀ ਪਤਾ ਯੋਨਾਤਨ, ਉਹ ਸੱਚਮੁੱਚ ਮਸੀਹ ਹੋ ਸਕਦੇ ਹੋਣ।
ਹੁਣ ਤੂੰ ਵੀ ਇਹ ਸਾਰੀ ਬਕਵਾਸ ਮੰਨਣੀ ਸ਼ੁਰੂ ਕਰ ਦਿੱਤੀ ਏ। ਅਸੀਂ ਕੀ ਕਰੀਏ? ਧਰਮ ਸ਼ਾਸਤਰ ਕੀ ਕਹਿੰਦਾ ਹੈ, ਤੁਸੀਂ ਉਹਦਾ ਕੀ ਮਤਲਬ ਕੱਢਦੇ ਹੋ? ਤੂੰ ਪ੍ਰਭੂ ਆਪਣੇ ਰੱਬ ਨੂੰ ਸਾਰੇ ਦਿਲ, ਸਾਰੀ ਜਾਨ, ਸਾਰੀ ਤਾਕਤ, ਸਾਰੀ ਅਕਲ ਨਾਲ ਪਿਆਰ ਕਰ ਤੇ ਆਪਣੇ ਗਵਾਂਢੀ ਨੂੰ ਆਪਣੇ ਵਾਂਗੂ ਪਿਆਰ ਕਰ। ਤੁਸੀਂ ਠੀਕ ਕਹਿੰਦੇ ਹੋ, ਇੰਜ ਹੀ ਕਰੋ ਤਾਂ ਜੀਓਗੇ। ਮੇਰਾ ਗਵਾਂਢੀ ਕੌਣ ਹੈ? ਇੱਕ ਵਾਰੀ ਇੱਕ ਮਨੁੱਖ ਯਰੂਸ਼ਲਮ ਤੋਂ ਜਰੀਹੋ ਜਾ ਰਿਹਾ ਸੀ ਤੇ ਡਾਕੂਆਂ ਨੇ ਹਮਲਾ ਕਰਕੇ ਲੀੜੇ ਉਤਾਰੇ, ਕੁੱਟਿਆ ਤੇ ਅਦਮ ਹੋਇਆ ਕਰਕੇ ਛੱਡ ਗਏ। ਫਿਰ ਇੰਜ ਹੋਇਆ, ਇੱਕ ਪ੍ਰੋਤ ਉਸ ਰਾਹ ਤੋਂ ਲੰਘਿਆ ਤੇ ਉਸ ਜ਼ਖਮੀ ਨੂੰ ਵੇਖ ਕੇ ਦੂਜੇ ਪਾਸੇ ਚਲਾ ਗਿਆ। ਉਂਝ ਇੱਕ ਧਰਮ ਗੁਰੂ ਵੀ ਉੱਥੋਂ ਦੀ ਲੰਘਿਆ, ਉਸ ਜ਼ਖਮੀ ਨੂੰ ਵੇਖਿਆ ਤੇ ਦੂਜੇ ਪਾਸੇ ਚਲਾ ਗਿਆ। ਪਰ ਇੱਕ ਸਾਮਰੀ ਜੋ ਉਸ ਰਾਹ ਤੋਂ ਗੁਜ਼ਰ ਰਿਹਾ ਸੀ, ਜਦੋਂ ਉਹਨੇ ਜ਼ਖਮੀ ਨੂੰ ਵੇਖਿਆ ਤਾਂ ਉਹਦਾ ਦਿਲ ਦਇਆ ਨਾਲ ਭਰ ਗਿਆ। ਉਹਦੇ ਕੋਲ ਜਾ ਕੇ ਜ਼ਖਮਾਂ ਤੇ ਤੇਲ ਅਤੇ ਦਾਖਰਸ ਲਾਇਆ ਤੇ ਪੱਟੀ ਬੰਨੀ। ਆਪਣੀ ਖੱਚਰ ਤੇ ਬਿਠਾ ਕੇ ਧਰਮਸ਼ਾਲਾ ਲੈ ਗਿਆ ਤੇ ਉਹਦੀ ਸੇਵਾ ਕੀਤੀ। ਦੂਜੇ ਦਿਨ ਧਰਮਸ਼ਾਲਾ ਦੇ ਮਾਲਕ ਨੂੰ 2 ਚਾਂਦੀ ਦੇ ਸਿੱਕੇ ਦੇ ਕੇ ਉਹਦੀ ਸੇਵਾ ਕਰਨ ਲਈ ਕਿਹਾ। ਇਹ ਵੀ ਕਿਹਾ, ਜਦ ਮੈਂ ਮੁੜ ਆਵਾਂਗਾ ਜਿੰਨਾ ਵੀ ਖਰਚ ਹੋਰ ਹੋਏਗਾ ਦੇ ਦੇਵਾਂਗਾ। ਇਹਨਾਂ ਤਿੰਨਾਂ ਚੋਂ ਕਿੰਨੇ ਲੁੱਟੇ ਹੋਏ ਜ਼ਖਮੀ ਮਨੁੱਖ ਨਾਲ ਗੁਆਂਢੀ ਜਿਹਾ ਸਲੂਕ ਕੀਤਾ? ਉਹ ਜਿਹੜਾ ਦਿਆਲੂ ਸੀ। ਤੁਸੀਂ ਵੀ ਐਸਾ ਹੀ ਕਰੋ। ਨਿੱਕੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਇਹਨਾਂ ਨੂੰ ਨਾ ਰੋਕੋ, ਕਿਉਂਕਿ ਰੱਬ ਦੀ ਪਾਤਸ਼ਾਹੀ ਇਹਨਾਂ ਜਿਹੀ ਹੀ ਹੈ। ਮੈਂ ਤੁਹਾਨੂੰ ਸੱਚ ਕਹਿਣਾ ਵਾਂ, ਜਿਹੜਾ ਰੱਬ ਦੀ ਪਾਤਸ਼ਾਹੀ ਨੂੰ ਬੱਚਿਆਂ ਦੀ ਤਰ੍ਹਾਂ ਨਾ ਅਪਣਾਏਗਾ, ਉਹ ਉਹਦੇ 'ਚ ਕਦੀ ਦਾਖਲ ਨਹੀਂ ਹੋਏਗਾ। ਜਿਹੜਾ ਕੋਈ ਇਸ ਬੱਚੇ ਦਾ ਮੇਰੇ ਨਾਂ ਤੋਂ ਸਵਾਗਤ ਕਰਦਾ, ਉਹ ਮੇਰਾ, ਅਤੇ ਜਿਹੜਾ ਮੇਰਾ, ਉਹ ਮੇਰੇ ਭੇਜਣ ਵਾਲੇ ਦਾ ਸਵਾਗਤ ਕਰਦਾ ਹੈ। ਤੁਹਾਡੇ 'ਚ ਜਿਹੜਾ ਸਭ ਤੋਂ ਨਿੱਕਾ ਹੈ, ਉਹੀ ਸਭ ਤੋਂ ਮਹਾਨ ਹੈ। ਓਏ ਕੀ ਹੋ ਰਿਹਾ ਹੈ? ਕੀ ਚੱਲ ਰਿਹਾ ਹੈ? ਨਾਸਰਤ ਦਾ ਯਿਸੂ ਇੱਥੋਂ ਲੰਘ ਰਿਹਾ ਹੈ। ਯਿਸੂ, ਦਾਊਦ ਦੇ ਪੁੱਤ, ਮੇਰੇ ਤੇ ਰਹਿਮ ਕਰ। ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ? ਮੈਂ ਫਿਰ ਵੇਖਣਾ ਚਾਹੁੰਦਾ। ਤਾਂ ਵੇਖ, ਤੇਰੇ ਯਕੀਨ ਨੇ ਤੈਨੂੰ ਚੰਗਾ ਕੀਤਾ। ਮੈਂ ਵੇਖ ਸਕਣਾ, ਮੈਂ ਵੇਖ ਸਕਣਾ, ਮੈਂ ਵੇਖ ਸਕਣਾ। ਇਹ ਮਨੁੱਖ ਸੱਚਮੁੱਚ ਇੱਕ ਨਬੀ ਹੈ। ਮੇਰੇ ਗੁਰੂ, ਮੇਰੇ ਪ੍ਰਭੂ, ਮੈਨੂੰ ਬਚਾ। ਪ੍ਰਭੂ ਸਾਨੂੰ ਬਚਾ, ਸਾਨੂੰ ਬਚਾ। ਰੱਬੀ ਵਡਿਆਈ ਹੋਵੇ। ਪ੍ਰਭੂ ਸਾਨੂੰ ਸੱਚੀ ਰਾਹ ਵਿਖਾ। ਹਾਂ, ਮੈਂ ਵੀ ਉਹਨਾਂ ਨੂੰ ਵੇਖ ਰਿਹਾ ਹਾਂ। ਉਹ ਆਦਮੀ ਦਰਖਤ ਤੇ ਕਿਉਂ ਚੜਿਆ ਹੈ? ਉਹ ਮਦਰਾ ਹੋਣ ਕਰਕੇ ਪੀੜ ਵਿੱਚੋਂ ਵੇਖ ਨਹੀਂ ਸਕਦਾ। ਛੇਤੀ ਥੱਲੇ ਆ ਯਕਈ, ਕਿਉਂ ਜੇ ਅੱਜ ਮੈਂ ਤੇਰੇ ਘਰ ਰਵਾਂਗਾ। ਮੇਰੇ ਘਰ? ਉਹਦੇ ਘਰ ਕੌਣ ਰਹਿਣਾ ਚਾਹੇਗਾ? ਜਕਈ ਯਿਸੂ ਨੂੰ ਕਿਵੇਂ ਜਾਣਦਾ ਹੈ? ਸੁਣੋ, ਮੈਂ ਆਪਣੇ ਮਾਲ ਦਾ ਅੱਧਾ ਹਿੱਸਾ ਗਰੀਬਾਂ ਨੂੰ ਦਿੰਦਾ ਹਾਂ, ਅਤੇ ਜੇਕਰ ਮੈਂ ਕਿਸੇ ਨੂੰ ਠੱਗਿਆ ਹੈ ਤਾਂ ਮੈਂ ਉਸ ਨੂੰ 4 ਗੁਣਾ ਮੋੜ ਦੇਵਾਂਗਾ। ਮੈਂ ਯਕੀਨ ਨਹੀਂ ਕਰਦਾ ਉਹ ਇੱਕ ਚੁੰਗੀ ਲੈਣ ਵਾਲਾ ਆਪਣਾ ਪੈਸਾ ਮੋੜ ਦੇਵੇ। ਇਹ ਕਦੇ ਨਹੀਂ ਹੋ ਸਕਦਾ।
ਅੱਜ ਇਸ ਘਰ ਵਿੱਚ ਨਜਾਤ ਆਈ ਏ। ਕਿਉਂ ਜੇ ਇਹ ਮਨੁੱਖ ਇਬਰਾਹਿਮ ਦੀ ਪੀੜ੍ਹੀ ਚੋਂ ਇੱਕ ਏ। ਮਨੁੱਖ ਦਾ ਪੁੱਤ ਗੁਆਚਿਆਂ ਨੂੰ ਢੂੰਡਣ ਤੇ ਬਚਾਉਣ ਆਇਆ ਹੈ। ਸੁਣੋ, ਅਸੀਂ ਯਰੂਸ਼ਲਮ ਜਾ ਰਹੇ ਹਾਂ, ਜਿੱਥੇ ਮਨੁੱਖ ਦੇ ਪੁੱਤ ਬਾਰੇ ਨਬੀਆਂ ਦੀ ਲਿਖੀ ਹਰ ਗੱਲ ਪੂਰੀ ਹੋਏਗੀ। ਉਹ ਦੂਜੀ ਕੌਮਾਂ ਨੂੰ ਸੌਂਪਿਆ ਜਾਏਗਾ। ਉਹ ਉਹਦਾ ਮਜ਼ਾਕ ਉਡਾਣਗੇ, ਸ਼ਰਮਨਾਕ ਸਲੂਕ ਕਰਕੇ ਉਹਦੇ ਤੇ ਥੁੱਕਣਗੇ, ਕੋੜੇ ਮਾਰਨਗੇ ਤੇ ਮਾਰ ਦੇਣਗੇ। ਪਰ ਤੀਜੇ ਦਿਨ ਉਹ ਜ਼ਿੰਦਾ ਹੋ ਜਾਏਗਾ। ਕੀ ਹਾਲ ਹੈ? ਠੀਕ ਹਾਂ। ਓਏ ਇੱਥੇ ਕੁਝ ਬਦਲਿਆ ਲੱਗ ਰਿਹਾ ਹੈ। हाँ, सारा दा खोता गायब है। ओह गायब नहीं, मैं किसी ने वो दिता है। किन्नू चाहिए तेरा खोता? ਗੁਰੂ ਆਪਣੇ ਚੇਲਿਆਂ ਨੂੰ ਹੁਕਮ ਦੇ ਕੇ ਚੁੱਪ ਹੋ ਜਾਣ। ਮੈਂ ਕਹਿੰਦਾ ਵਾਂ ਜੇ ਇਹ ਚੁੱਪ ਹੋ ਜਾਣਗੇ ਤਾਂ ਪੱਥਰ ਆਪਣੇ ਆਪ ਚੀਖਣ ਲੱਗ ਪੈਣਗੇ। 10, 11, 12, 13, 14, 15, 16, 17, 18, 19, 20, 22, यीशु गुस्से ਵਿੱਚ ਕਿਉਂ ਨੇ? ਉਹਨਾਂ ਨੇ ਮੰਦਰ ਨੂੰ ਪ੍ਰਾਰਥਨਾ ਦਾ ਘਰ ਬਣਾਉਣ ਦੀ ਬਜਾਏ ਵਪਾਰ ਦਾ ਅੱਡਾ ਬਣਾ ਦਿੱਤਾ ਹੈ। ਇੰਜ ਲਿਖਿਆ ਏ, ਮੇਰਾ ਘਰ ਦੁਆ ਦਾ ਘਰ ਹੋਏਗਾ, ਪਰ ਤੁਸੀਂ ਉਹਨੂੰ ਚੋਰਾਂ ਦੀ ਖੋਹ 'ਚ ਬਦਲ ਦਿੱਤਾ। ਇਹ ਬਹੁਤ ਘੱਟ ਹੈ। ਕੀ ਤੂੰ ਬਹੁਤਾ ਨਹੀਂ ਦੇ ਸਕਦੀ? ਮੈਂ ਕਹਿੰਦਾ ਵਾਂ ਇਸ ਗਰੀਬ ਵਿਧਵਾ ਨੇ ਸਭ ਤੋਂ ਵੱਧ ਕੇ ਦਾਨ ਦਿੱਤਾ ਹੈ। ਕਿਉਂ ਜੇ ਹੋਰਾਂ ਨੇ ਆਪਣੇ ਬਚੇ ਹੋਏ ਧਨ ਚੋਂ ਦਾਨ ਦਿੱਤਾ ਹੈ, ਪਰ ਇਸਨੇ ਗਰੀਬ ਹੁੰਦਿਆਂ ਵੀ ਆਪਣੀ ਸਾਰੀ ਪੂੰਜੀ ਦੇ ਦਿੱਤੀ। ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਜੋ ਕਹਿੰਦੇ ਤੇ ਸਿਖਾਉਂਦੇ ਹੋ ਠੀਕ ਹੈ। ਅਸੀਂ ਜਾਣਦੇ ਹਾਂ ਕਿ ਤੁਸੀਂ ਆਦਮੀ ਦੇ ਰੁਤਬੇ ਦਾ ਖਿਆਲ ਨਹੀਂ ਰੱਖਦੇ, ਪਰ ਤੁਸੀਂ ਆਦਮੀ ਨੂੰ ਰੱਬ ਦੀ ਮਰਜ਼ੀ ਬਾਰੇ ਸੱਚ ਦੱਸਦੇ ਹੋ। ਸਾਨੂੰ ਦੱਸੋ ਕਿ ਰੋਮੀ ਸਮਰਾਟ ਨੂੰ ਚੁੰਗੀ ਦੇਣਾ ਸਾਡੇ ਵਾਸਤੇ ਕਾਨੂੰਨ ਦੇ ਖਿਲਾਫ ਹੈ ਕਿ ਨਹੀਂ? ਵੇਖੀ ਪ੍ਰਭੂ, ਇਹ ਤੈਨੂੰ ਫਸਾਣਾ ਚਾਹੁੰਦਾ ਹੈ। ਮੈਨੂੰ ਇੱਕ ਚਾਂਦੀ ਦਾ ਸਿੱਕਾ ਵਿਖਾਓ। ਚਾਂਦੀ ਦਾ ਸਿੱਕਾ? ਇਸ ਤੇ ਕਿਹਦਾ ਨਾਂ ਤੇ ਮੋਹਰ ਛਪੀ ਦੀ ਏ? ਤੇ ਜਿਹੜਾ ਕੈਸਰ ਦਾ ਹੈ ਉਹ ਚੀਜ਼ਾਂ ਕੈਸਰ ਨੂੰ ਦਿਓ, ਅਤੇ ਜੋ ਰੱਬ ਦਾ ਹੈ ਉਹ ਸਭ ਰੱਬ ਨੂੰ ਦਿਓ। ਇਹਦੇ ਵਾਸਤੇ ਤੁਹਾਡਾ ਕੀ ਜਵਾਬ ਹੈ? देखो पत्थरस होते हैं की कर रहा होवेगा। लगा फसाद है त्यार ले सामान खरीद रहा है। ਮੇਰੀ ਬੜੀ ਚਾਹ ਸੀ ਕਿ ਦੁੱਖ ਪਾਉਣ ਤੋਂ ਪਹਿਲਾਂ ਇਸ ਫਸਾ ਦਾ ਖਾਣਾ ਤੁਹਾਡੇ ਨਾਲ ਖਾਵਾਂ।
मैं कहना वा कि जद तक रब दी बादशाही च एदा मतलब पूरा नहीं हुंदा उदों तक इनू कदी नहीं खावांगा। धन्य तू ओ प्रभु साडे रब्बा सृष्टि दे बादशाह जेड़ा ताकत दियां टहनियां चों फल लियाउंदा है। इनू लो आपस च वंड लो। धन्य तू ओ प्रभु साडे रब्बा सृष्टि दे बादशाह जेड़ा धरती ते अन्न उगाना है। ए मेरी देह तुहाडे लई दित्ती जांदी है। मेरी याद च इहो ही करया करो। ए कटोरा मेरे लहू च नवां वादा है जेड़ा तुहाडे वास्ते बहाया जांदा है। पर वेखो मैनू धोखा देने वाले दा हथ मेरे नाल मेज उत्ते वे। मनुख दे पुत दी मौत जरूरी है जिद्दां रब ने ठहराया है, पर हाय ओदे ते जेड़ा उन्नू धोखा देंदा है। नहीं हो सकता, ये नहीं हो सकता, कदे भी नहीं। धोखेबाज दा नां दसो गुरु जी। प्रभु जी मैं तुहाडे नाल जेल जाण नूं भी तैयार हां ते मरन लई भी। मैं कहना वा पतरस अज कुकड़ दे बांग देन तू पहले 3 वारी तू ना करेगा कि मैनू जानदा है। धर्म सभा ने फैसला कर लिया है। योनातन ये की है? लगता है इस राजा खुआन वाले दा राज हुण खत्म होने वाला है। मैनू धर्म सभा दा हुणे सुनेहा मिलिया है। यीशु दे चेलियां विचों एक यहूदा इस्करियोती उन्हें फड़वाउण लई राजी हो गया है। ऐना घिनौना काम करन लई उन्होंने मना के मिलिया? ज़्यादा कुछ नहीं, बस 30 चांदी दे सिक्के। अज ही रात वो यीशु नूं फड़न वाले ने ताकि वो किते दौड़ ना जाए। ना ऐदा ना होवे। यहूदा की मनुख दे पुत नूं चुम के धोखा देना वे? प्रभु की इसी तलवार चलाइए। इन्हें फाड़ लो। बहुत हो गया। चमत्कार। की तन्नू तलवार ते डंडा लेके आना पिया जिवें मैं डाकू हाँ? मैं हर दिन तुहाडे नाल मंदिर विच सां तां पढ़न दी कोशिश ना कीती, पर यह तुहाडा काम करन दा वेला है जदों हनेरी दी ताकत राज करदी है। इनू फड़ दो। बादशाह दा चोला है। सानू दस की होने वाला है? तू सानू बचाएगा? तेरी शान कि तू सानू बचाएगा? ਇਹ ਮਨੁੱਖ ਵੀ ਯੀਸ਼ੂ ਦੇ ਨਾਲ ਸੀ। ਬੀਬੀ ਮੈਂ ਇਹਨੂੰ ਜਾਣਦਾ ਵੀ ਨਹੀਂ। ਮੈਂ ਦੋਹਾਂ ਨੂੰ ਇਕੱਠਿਆਂ ਵੇਖਿਆ ਹੈ। तू भी होना चोके। ओ मैं नहीं हाँ।
ਇਹਦੇ 'ਚ ਸ਼ੱਕ ਨਹੀਂ, ਇਹ ਮਨੁੱਖ ਯਿਸੂ ਦੇ ਨਾਲ ਸੀ। ਇਹਦੇ ਇਲਾਵਾ ਇਹ ਗਲੀਲੀ ਹੈ। ਜਾ ਛੱਡ। ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਆਖਦੇ ਹੋ। नातन ਕੀ ਹੋਇਆ ਬੈਂਜਾਮਿਨ? प्रभु यीशु मुसीबत विच ने। चलो ਅਸੀਂ ਦੂਜਿਆਂ ਨੂੰ ਵੀ ਬੁਲਾਣਾ ਹੈ। दस तेनू किन्ने मारिया? भविष्यवाणी कर, हुन तेन कौन मारेगा? ठहरो ठहरो, मैं कहना वा इनू कचहरी च पेश करो। चल। ਸਾਨੂੰ ਦੱਸ, ਕੀ ਤੂੰ ਹੀ ਮਸੀਹ ਹੈ? ਜੇ ਮੈਂ ਤੁਹਾਨੂੰ ਕਹਾਂ ਤੁਸੀਂ ਮੇਰਾ ਯਕੀਨ ਨਹੀਂ ਕਰੋਗੇ, ਅਤੇ ਜੇ ਮੈਂ ਸਵਾਲ ਪੁੱਛਾਂ ਤਾਂ ਤੁਸੀਂ ਜਵਾਬ ਨਹੀਂ ਦਿਓਗੇ। ਅਤੇ ਹੁਣ ਤੋਂ ਲੈ ਕੇ ਮਨੁੱਖ ਦਾ ਪੁੱਤ ਸਰਵ ਸ਼ਕਤੀਮਾਨ ਰੱਬ ਦੇ ਸੱਜੇ ਹੱਥ ਬੈਠੇਗਾ। ਤੇ ਕੀ ਤੂੰ ਰੱਬ ਦਾ ਪੁੱਤ ਹੈ? ਤੁਸੀਂ ਕਹਿੰਦੇ ਹੋ ਕਿ ਮੈਂ ਹਾਂ। ਇਹਨੂੰ ਇਹ ਕਹਿਣ ਦਾ ਆਪ ਕਿਨੇ ਦਿੱਤਾ? ਅਸੀਂ ਆਪ ਸੁਣ ਲਿਆ ਹੈ ਕਿ ਉਹਨੇ ਕੀ ਕਿਹਾ ਹੈ। ਅਸੀਂ ਇਹਨੂੰ ਪਿਲਾਤੁਸ ਕੋਲ ਲੈ ਜਾਂਦੇ ਹਾਂ। ਹਾਂ ਇਹਨੂੰ ਦੂਰ ਕਰੋ। ਉਹ ਯਿਸੂ ਨੂੰ ਪਿਲਾਤੁਸ ਕੋਲ ਲੈ ਕੇ ਜਾ ਰਹੇ ਨੇ। ਪਿਲਾਤੁਸ ਉਹ ਤਾਂ ਸਭ ਤੋਂ ਵੱਧ ਜ਼ਾਲਿਮ ਰੋਮੀ ਸ਼ਾਸਕ ਹੈ। ਉਸਨੇ ਹਜ਼ਾਰਾਂ ਲੋਕਾਂ ਨੂੰ ਸਲੀਬ ਤੇ ਚੜਾ ਕੇ ਮਾਰ ਦਿੱਤਾ ਹੈ। चलो ਤੁਸੀਂ ਸਵੇਰੇ ਸਵੇਰੇ ਮੈਥੋਂ ਕੀ ਚਾਹੁੰਦੇ ਹੋ? ਅਸੀਂ ਇਸ ਮਨੁੱਖ ਨੂੰ ਲੋਕਾਂ ਨੂੰ ਵਰਗਲਾਉਂਦਿਆਂ ਫੜਿਆ ਹੈ। ਇਸਨੇ ਮੰਦਿਰ ਦੇ ਬਾਜ਼ਾਰ ਵਿੱਚ ਖਲਬਲ ਮਚਾ ਦਿੱਤੀ ਹੈ। ਇਹਨੂੰ ਕੀ ਸਜ਼ਾ ਹੋਊਗੀ? ਇਹਨੂੰ ਦੰਡ ਦਿਓ। ਮੈਂ ਇਸ ਮਨੁੱਖ ਵਿੱਚ ਕੋਈ ਗਲਤੀ ਨਹੀਂ ਵੇਖਦਾ। ਅਸੀਂ ਇਹਦੇ 'ਚ ਦੋਸ਼ ਵੇਖਿਆ ਹੈ। ਸਮਰਾਟ ਨੂੰ ਚੁੰਗੀ ਦੇਣ ਤੋਂ ਮਨਾ ਕਰਦਾ ਹੈ। ਆਪੂ ਮਸੀਹ ਹੋਣ ਦਾ ਦਾਅਵਾ ਕਰਦਾ ਹੈ। ਇੱਕ ਰਾਜਾ। ਇੱਕ ਰਾਜਾ? ਕੀ ਤੂੰ ਯਹੂਦੀਆਂ ਦਾ ਰਾਜਾ ਏ? ਤੁਸੀਂ ਇੰਜ ਕਹਿੰਦੇ ਹੋ? ਇਸਨੇ ਗਲੀਲੀ ਸ਼ੁਰੂ ਕੀਤਾ, ਹੁਣ ਇੱਥੇ ਵੀ ਆ ਪਹੁੰਚਿਆ ਹੋਏ। ਗਲੀਲ ਚ? ਕੀ ਇਹ ਮਨੁੱਖ ਗਲੀਲੀ ਹੈ? ਤਾਂ ਤੇ ਇਹਨੂੰ ਹੈਰੋਦ ਕੋਲ ਕੱਲਣਾ ਪੈਣਾ ਹੈ। ਉਹ ਹਾਲੇ ਵੀ ਇੱਥੇ ਯਰੂਸ਼ਲਮ ਵਿੱਚ ਹੈ ਨਾ। ਇਹਨੂੰ ਹੈਰੋਦ ਕੋਲ ਲੈ ਜਾਓ। तो अपने आप ਨੂੰ ਕੀ ਕਹਿਣਾ ਹੈ? और कौन है जिन्होंने तो अपने चेले कहना है? बड़े लोग कहते ने तो करामात करना है। मेरे लिए भी कुछ कर। ਮਹਾਰਾਜ, ਇਹ ਸਾਰੇ ਲੋਕਾਂ ਨੂੰ ਪ੍ਰਿਸ਼ਟ ਕਰਦਾ ਆਇਆ ਹੈ ਤੇ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਹੈ। हे मनुख, एक बादशाह?
ए बादशाह, इन्हू चंगी तरह कुटो। इन्हू पिलातुस को ले जाओ, ये ओदे इलाके दा है। ਐਸ ਮਨੁੱਖ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ, ਇਸ ਲਈ ਮੈਂ ਇਹਨੂੰ ਕੋੜੇ ਮਰਵਾ ਕੇ ਛੱਡ ਦੇਣਾ ਹਾਂ। रिवाज के मुताबिक इस तवार से साढ़े लिए एक कैदी नूं छड़ना तुहाडा फर्ज बनता है। साढ़े लिए छड़ दे बरब्बा नूं। ते इस आदमी नूं सलीब दे। हाँ बराबा नूं छड़। ਤੂੰ ਇਹਨੂੰ ਕੋੜੇ ਮਾਰ। हटो, पीछे हटो, इसको दूर जाओ, रास्ता खाली करो। पीछे हटो, अगे बढ़ो जदों मैं कहा। उन्होंने मारता नहीं देंगे। उठ, चलो। तू किना है तेरा? कुरैन दा शमाउन जनाब। इन्हू चुक ले। पीछे छोड़ो इन्हू। ਇੱਥੇ ਖੜਾ ਰਹੋ, ਚੱਲ ਵੀ ਜਲਦੀ ਜਲਦੀ। ਹੁਣ ਤੂੰ ਚੱਲ ਵੀ ਅੱਗੇ ਵਧੋ। ਇਹਨਾਂ ਨੂੰ ਬਖਸ਼ ਦੇ ਪਿਤਾ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ। इसने होरां नूं बचाया है, हुण अपने आप नूं बचाए। जेकर तू मसीहत अपने आप नूं बचा लै, ओ सलीब तो थल्ले उतरिया। अपने चमत्कारां विच एक सानू विखा। तख्ती ते की लिखा है? लिखिया है यहूदियां दा राजा। जे राजा है ता अजिहा वर्ताओ क्यों? की पता,
ਅਖਨਾਤਨ ਕਿਤੇ ਇਹ ਤੇ ਨਹੀਂ ਕਿ ਕੀ ਹੋ ਰਿਹਾ ਹੈ? ऐ पिता, मैं अपनी आत्मा तेरे हत्थां च सौंप देना वा। ਗੁਰੂ ਲਈ ਕਬਰ ਤਿਆਰ ਹੈ। ਮੈਂ ਉਹਨਾਂ ਦੀ ਦੇਹ ਨੂੰ ਲਿਜਾਣਾ ਚਾਹੁੰਦਾ ਹਾਂ। ਤੁਸੀਂ ਲਿਜਾ ਸਕਦੇ ਹੋ। ਸਾਨੂੰ ਮਾਫ ਕਰੋ, ਅਸੀਂ ਆਪਣੇ ਪ੍ਰਭੂ ਦੇ ਸਰੀਰ ਦੇ ਪਿੱਛੇ ਪਿੱਛੇ ਚੱਲ ਰਹੀਆਂ ਹਾਂ। ਸਾਰਿਆਂ ਨੂੰ ਜੀ ਆਇਆਂ। ਪਰ ਚਲੋ, ਵਿਸ਼ਰਾਮ ਦਿਨ ਸ਼ੁਰੂ ਹੋਣ ਵਾਲਾ ਹੈ। ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਯੀਸ਼ੂ ਨੂੰ ਕਦੇ ਨਹੀਂ ਮਿਲਾਂਗੇ। ਠਹਿਰੋ ਇੱਕ ਮਿੰਟ। ਯਾਦ ਨਹੀਂ ਯਿਸੂ ਨੇ ਬਾਰ-ਬਾਰ ਕੀ ਕਿਹਾ ਸੀ? ਕੀ? ਮੈਨੂੰ ਯਾਦ ਹੈ, ਯੀਸ਼ੂ ਨੇ ਕਿਹਾ ਸੀ ਕਿ ਉਹ ਤੀਜੇ ਦਿਨ ਫਿਰ ਜੀ ਉੱਠਣਗੇ। ਵੇਖੋ, ਪੱਥਰ ਹਟਿਆ ਹੋਇਆ ਏ। ਤੁਸੀਂ ਜਿਉਂਦੇ ਨੂੰ ਮੁਰਦਿਆਂ 'ਚ ਕਿਉਂ ਲੱਭ ਰਹੇ ਹੋ? ਉਹ ਇੱਥੇ ਨਹੀਂ, ਪਰ ਜੀ ਉੱਠਿਆ ਏ। ਯਾਦ ਕਰੋ ਜਦੋਂ ਉਹ ਗਲੀਲ ਵੀ ਸੀ ਤੇ ਕੀ ਕਿਹਾ ਸੀ? ਮਨੁੱਖ ਦਾ ਪੁੱਤ ਪਾਪੀਆਂ ਦੇ ਹੱਥਾਂ 'ਚ ਦਿੱਤਾ ਜਾਵੇਗਾ, ਸਲੀਬ ਤੇ ਟੰਗਿਆ ਜਾਵੇਗਾ ਤੇ ਤੀਜੇ ਦਿਨ ਜੀ ਉੱਠੇਗਾ। ਸੁਣੋ, ਪੱਥਰ ਹਟਿਆ ਦਾ ਸੀ। ਅਸੀਂ ਅੰਦਰ ਗਏ ਅਤੇ ਯੀਸ਼ੂ ਦਾ ਸਰੀਰ ਉੱਥੇ ਨਹੀਂ ਸੀ। ਹੈ? ਤੇ ਦੋ ਮਨੁੱਖ ਅਸੀਂ ਵੇਖੇ, ਫਰਿਸ਼ਤੇ ਚਮਕਦੇ ਸੂਰਜ ਵਾਂਗ, ਤੇ ਸਾਨੂੰ ਕਹਿਣ ਲੱਗੇ, ਤੁਸੀਂ ਜ਼ਿੰਦੇ ਨੂੰ ਮੁਰਦਿਆਂ 'ਚ ਕਿਉਂ ਢੂੰਡਦੇ ਹੋ? ਇਹ ਸੱਚ ਹੈ। ਸਾਡਾ ਵਿਸ਼ਵਾਸ ਕਰੋ, ਵਿਸ਼ਵਾਸ ਕਰੋ। ਅਸੀਂ ਉਹਨਾਂ ਨੂੰ ਵੇਖਿਆ, ਤੁਸੀਂ ਆਪੇ ਜਾ ਕੇ ਵੇਖ ਲਓ। ਕਬਰ ਖਾਲੀ ਸੀ ਤੇ ਪ੍ਰਭੂ ਦੀ ਲੋਥ ਉੱਥੇ ਨਹੀਂ ਸੀ। ਪਤਰਸ, ਤੂੰ ਸਾਡਾ ਵਿਸ਼ਵਾਸ ਕਰ। ਬੇਸ਼ੱਕ ਪ੍ਰਭੂ ਜੀ ਉੱਠਿਆ, ਉਹ ਸ਼ਮਾਉ ਨੂੰ ਦਿਸਿਆ। ਜਦੋਂ ਰਸਤੇ ਵਿੱਚ ਸੀ, ਅਸੀਂ
ਚਾਚੀ ਨੂੰ ਨਹੀਂ ਪਛਾਣਿਆ। ਉਹਨੇ ਜਦੋਂ ਰੋਟੀ ਤੋੜੀ ਤਦ ਅਸੀਂ ਉਹਨੂੰ ਪਛਾਣ ਲਿਆ। ਇਮਾਉਸ 'ਚ ਕਮਾਲ ਏ, ਉੱਥੇ ਪੁੱਜ ਗਿਆ। ਤੁਹਾਨੂੰ ਸ਼ਾਂਤੀ ਮਿਲੇ। ਤੁਸੀਂ ਕਿਉਂ ਡਰ ਰਹੇ ਹੋ? ਤੁਹਾਡੇ ਦਿਮਾਗਾਂ 'ਚ ਇਹ ਸ਼ੱਕ ਕਿਉਂ ਹੁੰਦਾ ਹੈ? ਵੇਖੋ ਮੇਰੇ ਹੱਥਾਂ ਤੇ ਪੈਰਾਂ ਨੂੰ ਅਤੇ ਸਮਝੋ ਕਿ ਮੈਂ ਹੀ ਹਾਂ। ਮੈਨੂੰ ਛੂਹੋ ਅਤੇ ਤੁਸੀਂ ਜਾਣ ਜਾਓਗੇ। ਕਿਉਂ ਜੇ ਆਤਮਾ ਦੀ ਹੱਡੀ ਜਾਂ ਮਾਸ ਨਹੀਂ ਹੁੰਦਾ ਜਿਵੇਂ ਤੁਸੀਂ ਮੇਰੇ 'ਚ ਵੇਖਦੇ ਹੋ। ਮੈਂ ਇਹੀ ਤੇ ਸਭ ਗੱਲਾਂ ਕਰ ਰਿਹਾ ਸੀ ਜਦ ਤੁਹਾਡੇ ਨਾਲ ਸਾਂ ਕਿ ਮੇਰੇ ਬਾਰੇ 'ਚ ਮੂਸਾ ਦੀ ਸ਼ਰੀਅਤ, ਨਬੀਆਂ ਦੇ ਲੇਖ ਅਤੇ ਭਜਨ ਸੰਗੀਤਾਂ 'ਚ ਜੋ ਲਿਖਿਆ ਸਭ ਪੂਰਾ ਹੋਣਾ ਸੀ। ਇਹੋ ਤਾਂ ਲਿਖਿਆ ਹੈ, ਮਸੀਹ ਨੂੰ ਦੁੱਖ ਉਠਾਣਾ ਅਤੇ ਮੂਰਤੀਆਂ 'ਚੋਂ ਤੀਜੇ ਦਿਨ ਜੀ ਉੱਠਣਾ ਜ਼ਰੂਰੀ, ਅਤੇ ਉਹਦੇ ਨਾਂ ਤੇ ਪਾਪਾਂ ਦੀ ਮਾਫੀ ਤੇ ਪਛਤਾਵੇ ਦਾ ਸੰਦੇਸ਼ਾ ਯਰੂਸ਼ਲਮ ਤੋਂ ਲੈ ਕੇ ਸਭ ਜਾਤੀਆਂ ਨੂੰ ਸੁਣਾ ਦਿੱਤਾ ਜਾਏਗਾ। ਜਦ ਕਾਲਬ ਨੇ ਦੱਸਿਆ ਕਿ ਯਿਸੂ ਪਰਮੇਸ਼ਵਰ ਦੇ ਪੁੱਤਰ ਨੇ ਤਾਂ ਮੈਂ ਨਹੀਂ ਮੰਨਿਆ ਸੀ। ਫਿਰ ਮੈਂ ਯਿਸੂ ਨੂੰ ਚਮਤਕਾਰ ਕਰਦੇ ਵੇਖਿਆ ਅਤੇ ਪਰਮੇਸ਼ਵਰ ਦੇ ਪ੍ਰੇਮ ਬਾਰੇ ਦੱਸਦਿਆਂ ਸੁਣਿਆ। ਮੈਂ ਵੇਖਿਆ ਉਹਨਾਂ ਨੇ ਯਿਸੂ ਨੂੰ ਕਿਵੇਂ ਸਤਾਇਆ, ਉਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਕਿੱਲਾਂ ਨਾਲ ਸਲੀਬ ਤੇ ਜੜ ਦਿੱਤਾ ਅਤੇ ਮਰਦੇ ਹੋਏ ਵੇਖਿਆ। ਫਿਰ ਉਹਨਾਂ ਦੀ ਦੇਹ ਉਤਾਰ ਕੇ ਲੈ ਜਾਂਦੇ ਵੇਖਿਆ। ਪਰ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਯਿਸੂ ਨੂੰ ਦੁਬਾਰਾ ਮਿਲਾਂਗਾ। ਲੇਕਿਨ ਇੱਕ ਅਜੀਬ ਗੱਲ ਹੋਈ, ਪਰਮੇਸ਼ਵਰ ਦੀ ਗੱਲ ਸੱਚ ਹੋਈ। ਉਹਨਾਂ ਨੇ ਵਾਅਦਾ ਕੀਤਾ ਸੀ ਕਿ ਯਿਸੂ ਫਿਰ ਜੀ ਉੱਠਣਗੇ ਅਤੇ ਕਿਹਾ ਸੀ ਕਿ ਜੇਕਰ ਅਸੀਂ ਮੰਨੀਏ ਕਿ ਯਿਸੂ ਪਰਮੇਸ਼ਵਰ ਦੇ ਪੁੱਤਰ ਸਾਡੇ ਲਈ ਮਰੇ ਤਾਂ ਅਸੀਂ ਉਹਨਾਂ ਨਾਲ ਹਮੇਸ਼ਾ ਜਿਉਂਦੇ ਰਹਾਂਗੇ। ਮੈਂ ਬਹੁਤ ਖੁਸ਼ ਹਾਂ। ਇਹੋ ਤੇ ਮੈਂ ਚਾਹੁੰਦਾ ਸੀ। ਵਾਹ, ਕਿੰਨੀ ਮਹਾਨ ਕਹਾਣੀ ਹੈ ਅਤੇ ਸੱਚੀ ਵੀ। ਕਾਲੇਬ, ਯੋਇਲ, ਨਾਤਾਨ ਅਤੇ ਬੈਂਜਮਿਨ, ਤੁਸੀਂ ਵੇਖਿਆ ਅਤੇ ਜਾਣਿਆ ਕਿ ਯਿਸੂ ਕੌਣ ਹੈ। ਤੁਸੀਂ ਵੇਖਿਆ ਤੇ ਸੁਣਿਆ ਕਿ ਮੈਂ ਕਿਵੇਂ ਯਿਸੂ ਨੂੰ ਪਰਮੇਸ਼ਵਰ ਮੰਨਿਆ। ਮੈਂ ਪ੍ਰਭੂ ਯਿਸੂ ਨੂੰ ਚੁਣ ਲਿਆ। ਹੁਣ ਤੁਹਾਡੀ ਵਾਰੀ ਹੈ ਚੁਣਨ ਦੀ। ਕੀ ਤੁਸੀਂ ਯਿਸੂ ਦੇ ਸਾਹਮਣੇ ਆਪਣੀ ਗਲਤੀ ਮੰਨੋਗੇ? ਸ਼ਾਇਦ ਤੁਸੀਂ ਕਹੋਗੇ ਮੈਨੂੰ ਪਤਾ ਨਹੀਂ, ਜਾਂ ਪਹਿਲਾਂ ਮੈਨੂੰ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨੀ ਹੋਵੇਗੀ, ਜਾਂ ਮੈਂ ਇਹਦੇ ਲਈ ਅਜੇ ਤਿਆਰ ਨਹੀਂ, ਜਾਂ ਤੁਹਾਡਾ ਜਵਾਬ ਹੋਵੇਗਾ ਹਾਂ, ਮੈਂ ਹੁਣੇ ਹੀ ਯਿਸੂ ਨੂੰ ਸਵੀਕਾਰ ਕਰਦਾ ਹਾਂ। ਮੈਂ ਚਾਹਾਂਗਾ ਕਿ ਯਿਸੂ ਮੇਰੇ ਸਾਰੇ ਪਾਪ ਮਾਫ ਕਰ ਦੇਣ, ਸਾਰੀਆਂ ਗਲਤ ਗੱਲਾਂ ਜਿਹੜੀਆਂ ਮੈਂ ਸੋਚੀਆਂ, ਕਹੀਆਂ ਅਤੇ ਕੀਤੀਆਂ। ਅਤੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਤੁਸੀਂ ਉਹਨਾਂ ਨਾਲ ਰਹਿਣਾ ਚਾਹੁੰਦੇ ਹੋ ਹਮੇਸ਼ਾ ਲਈ। ਜਦੋਂ ਵੀ ਤੁਸੀਂ ਹਾਂ ਕਹਿਣਾ ਚਾਹੋ, ਤੁਸੀਂ ਪਰਮੇਸ਼ਰ ਨਾਲ ਗੱਲ ਕਰੋ ਆਪਣੇ ਹੀ ਸ਼ਬਦਾਂ ਵਿੱਚ, ਜਾਂ ਪ੍ਰਾਰਥਨਾ ਕਰੋ ਇਸ ਤਰ੍ਹਾਂ, ਹੇ ਪ੍ਰਭੂ, ਮੈਂ ਮੰਨਦਾ ਹਾਂ ਯਿਸੂ ਤੁਹਾਡੇ ਪੁੱਤਰ ਨੇ। ਧੰਨਵਾਦ ਕਰਦਾ ਹਾਂ ਕਿ ਯਿਸੂ ਨੇ ਮੇਰੇ ਪਾਪਾਂ ਦੇ ਲਈ ਸਲੀਬ ਉੱਤੇ ਆਪਣੀ ਜਾਨ ਦਿੱਤੀ। ਕਿਰਪਾ ਕਰਕੇ ਮੇਰੇ ਪਾਪ ਮਾਫ ਕਰੋ। ਮੈਂ ਯਿਸੂ ਨੂੰ ਕਹਿੰਦਾ ਹਾਂ ਕਿ ਹਮੇਸ਼ਾ ਮੇਰੇ ਨਾਲ ਰਹੋ ਅਤੇ ਮੇਰੇ ਵਿੱਚ ਵਸੋ। ਜਿਹੋ ਜਿਹਾ ਮੈਨੂੰ ਬਣਾਉਣਾ ਚਾਹੁੰਦੇ ਹੋ ਉਹੋ ਜਿਹਾ ਬਣਾਓ। ਮੇਰੀ ਪ੍ਰਾਰਥਨਾ ਸੁਣਨ ਲਈ ਧੰਨਵਾਦ। ਕੀ ਤੁਸੀਂ ਇਹ ਪ੍ਰਾਰਥਨਾ ਹੁਣੇ ਕਰਨਾ ਚਾਹੋਗੇ? ਜੇ ਤੁਹਾਡਾ ਜਵਾਬ ਹੈ ਹਾਂ, ਤਾਂ ਮੇਰੇ ਨਾਲ ਪਰਮੇਸ਼ਰ ਤੋਂ ਪ੍ਰਾਰਥਨਾ ਕਰੋ। ਮੈਂ ਹੌਲੀ ਪ੍ਰਾਰਥਨਾ ਕਰਾਂਗਾ ਤਾਂ ਤੁਸੀਂ ਮੇਰੇ ਪਿੱਛੇ ਇੱਕ ਵਾਕ ਦੁਹਰਾਓ। ਹੇ ਪ੍ਰਭੂ, ਮੈਂ ਮੰਨਦਾ ਹਾਂ ਕਿ ਯਿਸੂ ਤੁਹਾਡੇ ਪੁੱਤਰ ਨੇ। ਮੈਂ ਜੋ ਗਲਤ ਗੱਲਾਂ ਸੋਚੀਆਂ, ਕਹੀਆਂ ਜਾਂ ਕੀਤੀਆਂ, ਉਸ ਦੇ ਲਈ ਯਿਸੂ ਨੇ ਸਲੀਬ ਉੱਤੇ ਆਪਣੀ ਜਾਨ ਦਿੱਤੀ। ਇਸ ਦੇ ਲਈ ਧੰਨਵਾਦ। ਮੇਰੇ ਸਾਰੇ ਪਾਪ ਮਾਫ ਕਰੋ। ਮੈਂ ਯਿਸੂ ਨੂੰ ਕਹਿੰਦਾ ਹਾਂ ਕਿ ਮੇਰੇ ਨਾਲ ਰਹੋ ਅਤੇ ਸਦਾ ਮੇਰੇ ਵਿੱਚ ਵਸੋ। ਮੈਨੂੰ ਜਿਹੜਾ ਜਿਹਾ ਇਨਸਾਨ ਤੁਸੀਂ ਬਣਾਉਣਾ ਚਾਹੁੰਦੇ ਹੋ ਉਹੋ ਜਿਹਾ ਹੀ ਬਣਾਓ। ਮੇਰੀ ਪ੍ਰਾਰਥਨਾ ਸੁਣਨ ਲਈ ਧੰਨਵਾਦ। ਆਮੀਨ। ਹੁਣ ਪਰਮੇਸ਼ਰ ਦੇ ਵਚਨ ਉੱਤੇ ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਪ੍ਰੇਮ ਕਰਦੇ ਨੇ, ਪਾਪ ਮਾਫ ਕਰਦੇ ਨੇ ਅਤੇ ਸਦਾ ਤੁਹਾਡੇ ਨਾਲ ਨੇ। ਜੇ ਤੁਸੀਂ ਇਹ ਪ੍ਰਾਰਥਨਾ ਕੀਤੀ ਹੈ ਤਾਂ ਹੋਰਾਂ ਨੂੰ ਵੀ ਦੱਸੋ, ਜਿਵੇਂ ਤੁਹਾਡੇ ਮਾਤਾ-ਪਿਤਾ ਨੂੰ, ਜਾਂ ਆਪਣੇ ਦਾਦਾ-ਦਾਦੀ ਜਾਂ ਦੋਸਤ। ਤੁਸੀਂ ਆਪਣੇ ਜੀਵਨ ਦੀ ਸਭ ਤੋਂ ਅਨੋਖੀ ਯਾਤਰਾ ਸ਼ੁਰੂ ਕਰਨ ਵਾਲੇ ਹੋ। ਇਹ ਨਵੀਂ ਦੋਸਤੀ ਪ੍ਰਭੂ ਯਿਸੂ ਅਤੇ ਪਿਤਾ ਪਰਮੇਸ਼ਰ ਨਾਲ ਹੈ। ਪਰਮੇਸ਼ਰ ਦੇ ਪ੍ਰੇਮ ਨੂੰ ਸਮਝਣ ਲਈ 4 ਗੱਲਾਂ ਸਹਾਇਕ ਨੇ। ਉਹ ਨੇ
ਪਰਮੇਸ਼ਰ ਦੀ ਕਿਤਾਬ ਬਾਈਬਲ ਰੋਜ਼ ਪੜੋ। ਉੱਥੇ ਬਹੁਤ ਵਾਅਦੇ ਨੇ ਜੋ ਪਰਮੇਸ਼ਰ ਨੇ ਲਿਖੇ ਨੇ ਤੁਹਾਡੇ ਲਈ। ਪਰਮੇਸ਼ਰ ਨਾਲ ਗੱਲ ਕਰੋ। ਤੁਸੀਂ ਪਰਮੇਸ਼ਰ ਨੂੰ ਕੁਝ ਵੀ, ਕਿਤੇ ਵੀ, ਕਿਸੇ ਸਮੇਂ ਵੀ ਕਹਿ ਸਕਦੇ ਹੋ। ਦੂਜਿਆਂ ਨੂੰ ਆਪਣੇ ਮਿੱਤਰ ਯਿਸੂ ਬਾਰੇ ਦੱਸੋ। ਜਿਹੜੇ ਉਹਨਾਂ ਨੂੰ ਮੰਨਦੇ ਤੇ ਪ੍ਰੇਮ ਕਰਦੇ ਨੇ, ਉਹਨਾਂ ਨਾਲ ਮੇਲ ਜੋਲ ਰੱਖੋ। ਸਾਨੂੰ ਸੱਚਮੁੱਚ ਬਹੁਤ ਮਜ਼ਾ ਆਇਆ ਯਿਸੂ ਦੀ ਸੱਚੀ ਕਹਾਣੀ ਸੁਣਾ ਕੇ। ਹੁਣ ਤੁਹਾਡੀ ਵਾਰੀ ਹੈ, ਜਾਓ ਆਪਣੇ ਦੋਸਤਾਂ ਨੂੰ ਵੀ ਸੁਣਾਓ।